Hello students, how are you? Today we are going to start second poem on friendship. Poet is Khalil Gibran. Poet is Khalil Gibran. Let's start from the introduction. The poem on friendship has been taken from the book The Prophet by Khalil Gibran. ये जो पोइम ऑन फ्रेंडशिप है एक बुक तो ਲਈ ਗਈ ਹੈ ਔਰ ਉਸ ਬੁੱਕ ਦਾ ਨਾਮ ਕੀ ਹੈ ਦ ਪ੍ਰੋਫੈਟ ਔਰ ਉਹ ਬੁੱਕ ਖਲੀਲ ਗਿਬਰਾਨ ਦੇ ਦੁਆਰਾ ਲਿਖੀ ਗਈ ਸੀ। ਇਟ ਵਾਸ ਰਿਟਨ ਇਨ 1923 ਔਰ ਇਹ ਲਿਖੀ ਗਈ ਸੀ 1923 ਦੇ ਵਿੱਚ। ਇਟ ਇਮੀਡੀਏਟਲੀ brought the writer into the limelight and made him popular ਔਰ ਇਹ ਜਲਦੀ ਹੀ ਰਾਈਟਰ ਨੂੰ ਲਾਈਮਲਾਈਟ ਵਿੱਚ ਲੈ ਕੇ ਔਰ ਉਸ ਨੂੰ ਪਾਪੂਲਰ ਕਰ ਦਿੱਤਾ। ਇਹ ਜੋ ਪੋਇਮ ਸੀ ਇਹ ਤੁਰੰਤ ਰਾਈਟਰ ਨੂੰ ਲਾਈਮਲਾਈਟ ਵਿੱਚ ਲੈ ਕੇ ਆਈ, ਚਰਚਾ ਦੇ ਵਿੱਚ ਲੈ ਕੇ ਆਈ ਔਰ ਉਸ ਨੂੰ ਪ੍ਰਸਿੱਧ ਬਣਾ ਦਿੱਤਾ। ਇਨ ਦਿਸ ਸਿੰਪਲ ਪੋਇਮ ਦਾ ਪੋਇਟ ਐਕਸਟੋਲਸ ਦਾ ਵਰਚੂਸ ਐਂਡ ਐਡਵਾਂਟੇਜਸ ਆਫ ਹੈਵਿੰਗ ਫਰੈਂਡਸ। ਇਸ ਸਿੰਪਲ ਪੋਇਮ ਦੇ ਵਿੱਚ ਜੋ ਪੋਇਟ ਹੈ ਉਹ ਐਕਸਟੋਲਸ ਕਰਦਾ ਹੈ, ਪ੍ਰਸ਼ੰਸਾ ਕਰਦਾ ਹੈ, ਪ੍ਰੇਜ਼ ਕਰਦਾ ਹੈ ਕਿ ਦੋਸਤ ਹੋਣ ਦੇ ਕੀ ਵਰਚੂਸ ਨੇ, ਕੀ ਗੁਣ ਹਨ ਔਰ ਕੀ ਲਾਭ ਹਨ। ਅ ਫਰੈਂਡ ਇਜ਼ ਅ ਗਿਫਟ ਆਫ ਗੋਡ। ਇੱਕ ਫਰੈਂਡ ਕੀ ਹੈ? ਪਰਮਾਤਮਾ ਵੱਲੋਂ ਦਿੱਤਾ ਗਿਆ ਇੱਕ ਤੋਹਫਾ ਹੈ, ਇੱਕ ਗਿਫਟ ਹੈ। ਹੀ ਇਜ਼ ਅ ਗੋਡਸ ਵੇ ਆਫ ਆਨਸਰਿੰਗ ਯੂਰ ਨੀਡਸ। ਔਰ ਉਹ ਜੋ ਦੋਸਤ ਹੈ ਉਹ ਇੱਕ ਪਰਮਾਤਮਾ ਦਾ ਜ਼ਰੀਆ ਹੈ। ਜੋ ਦੋਸਤ ਹੈ ਉਹ ਇੱਕ ਪਰਮਾਤਮਾ ਦਾ ਵੇ ਹੈ, ਇੱਕ ਜ਼ਰੀਆ ਹੈ ਜੋ ਤੁਹਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਹੈ। ਆਨਸਰਿੰਗ ਯੂਰ ਨੀਡਸ, ਜੋ ਤੁਹਾਡੀਆਂ ਲੋੜਾਂ ਨੂੰ, ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਵੀ ਨਰਚਰ ਅ ਬੌਂਡ ਆਫ ਫਰੈਂਡਸ਼ਿਪ ਵਿਦ ਲਵ ਐਂਡ ਇਨ ਰਿਟਰਨ ਵੀ ਗੈਟ ਗ੍ਰੈਟੀਟਿਊਡ ਆਫ ਥੈਂਕਸ ਔਰ ਥੈਂਕਸ ਗਿਵਿੰਗ। ਔਰ ਫਿਰ ਅਸੀਂ ਇਸ ਨੂੰ ਨਰਚਰ ਕਰਦੇ ਹਾਂ। ਇਹ ਜੋ ਬੌਂਡ ਆਫ ਫਰੈਂਡਸ਼ਿਪ ਹੈ, ਇਹ ਜੋ ਦੋਸਤੀ ਦਾ ਬੰਧਨ ਹੈ, ਅਸੀਂ ਉਸ ਦਾ ਪਾਲਣ ਪੋਸ਼ਣ ਕਰਦੇ ਹਾਂ ਪਿਆਰ ਦੇ ਨਾਲ। ਅਸੀਂ ਲਵ ਦੇ ਨਾਲ ਉਸ ਦੋਸਤੀ ਦਾ ਜੋ ਬੌਂਡ ਹੈ ਉਸ ਨੂੰ ਨਰਚਰ ਕਰਦੇ ਹਾਂ ਔਰ ਬਦਲੇ ਵਿੱਚ ਸਾਨੂੰ ਕੀ ਮਿਲਦਾ ਹੈ? ਉਸ ਦੇ ਬਦਲੇ ਵਿੱਚ ਸਾਨੂੰ ਥੈਂਕਸ ਗਿਵਿੰਗ ਮਿਲਦਾ ਹੈ, ਸ਼ੁਕਰਗੁਜ਼ਾਰੀ ਦਾ ਭਾਵ ਮਿਲਦਾ ਹੈ। ਜੋ ਧੰਨਵਾਦ ਦੀ ਜੋ ਫੀਲਿੰਗ ਹੈ ਉਹ ਮਿਲਦੀ ਹੈ। A friend acts like a board that provides strong support in all times. ਇੱਕ ਫਰੈਂਡ ਕਿਸ ਦੀ ਤਰ੍ਹਾਂ ਹੈ? ਬੋਰਡ ਦੀ ਤਰ੍ਹਾਂ ਹੈ ਜੋ ਸਾਨੂੰ ਮੁਹੱਈਆ ਕਰਵਾਉਂਦਾ ਹੈ, ਪ੍ਰੋਵਾਈਡ ਕਰਵਾਉਂਦਾ ਹੈ ਹਰ ਸਮੇਂ ਵਿੱਚ, ਜੋ ਸਾਨੂੰ ਸਪੋਰਟ ਮੁਹੱਈਆ ਕਰਵਾਉਂਦਾ ਹੈ। ਹੀ ਇਜ਼ ਲਾਈਕ ਅ ਫਾਇਰ ਸਾਈਡ। ਉਹ ਇੱਕ ਚੁੱਲ੍ਹੇ ਦੀ ਤਰ੍ਹਾਂ ਹੈ, ਫਾਇਰ ਸਾਈਡ ਦੀ ਤਰ੍ਹਾਂ ਹੈ। that provides us warmth in cold or turbulent times। ਔਰ ਇੱਕ ਚੁੱਲ੍ਹੇ ਦੀ ਤਰ੍ਹਾਂ ਹੈ ਜੋ ਸਾਨੂੰ ਟਰਬੂਲੈਂਟ ਟਾਈਮ ਦੇ ਵਿੱਚ, ਜੋ ਸਾਨੂੰ ਮੁਸ਼ਕਿਲ ਸਮੇਂ ਦੇ ਵਿੱਚ, ਜੋ ਸਾਨੂੰ ਔਖੇ ਸਮੇਂ ਦੇ ਵਿੱਚ ਹਮਦਰਦੀ ਦੀ ਨਿੱਘ ਮੁਹੱਈਆ ਕਰਵਾਉਂਦਾ ਹੈ। one does not fear to say no or yes to a friend। ਕੋਈ ਵੀ ਦੋਸਤ ਆਪਣੇ ਫਰੈਂਡ ਨੂੰ नो और यस कहने तो नहीं डरता। वन डज नॉट फियर टू से नो और यस टू अ फ्रेंड। जे एक फ्रेंड का सही काम है तो दोस्त उसनों यस कहेगा, जे गलत काम है तो उसनों नो कहेगा। तो कहने का मतलब जो एक दोस्त है वो एक दोस्त नूं यस और नो कहने तो नहीं डरता। सो वन कैन either एग्री और डिसएग्री विद फ्रेंड्स विदाउट एनी फियर ऑफ अपसेटिंग दैम। और कोई भी दोस्त सहमत भी हो सकता है, असहमत भी हो सकता है फ्रेंड्स के नाल, बिना किसी डर दे। विदाउट एनी फियर ऑफ अपसेटिंग दैम। उन्होंने परेशानी दे डर तो बिना। एक जो दोस्त है वो किसी गल ते एग्री भी हो सकता और किसी गल ते डिसएग्री भी हो सकता है। वन डज नॉट नीड टू प्रोक्लेम one's love for a friend। proclaim means अनाउंस करना, घोषणा करनी।
वन डज नॉट नीड, किसी ਨੂੰ ਵੀ ਲੋੜ ਨਹੀਂ ਆਪਣੇ ਦੋਸਤ ਦੇ ਪ੍ਰਤੀ ਪਿਆਰ ਨੂੰ ਪ੍ਰੋਕਲੇਮ ਕਰਨ ਦੀ। ਕਿਸੇ ਨੂੰ ਵੀ ਨੀਡ ਨਹੀਂ ਹੈ, ਲੋੜ ਨਹੀਂ ਹੈ ਅਨਾਉਂਸ ਕਰਨ ਦੀ ਕਿ ਉਸ ਦਾ ਦੋਸਤ ਦੇ ਪ੍ਰਤੀ ਕਿੰਨਾ ਪਿਆਰ ਹੈ। A friend will be able to read our thoughts even if we do not express them। ਇੱਕ ਦੋਸਤ ਚਾਹੇ ਉਹ ਉਹਨਾਂ ਨੂੰ ਐਕਸਪ੍ਰੈਸ ਨਹੀਂ ਕਰਦਾ, ਚਾਹੇ ਆਪਣੇ ਵਿਚਾਰਾਂ ਨੂੰ ਐਕਸਪ੍ਰੈਸ ਨਹੀਂ ਕਰਦਾ, ਲੇਕਿਨ ਫਿਰ ਵੀ ਇੱਕ ਦੋਸਤ ਸਾਡੇ ਵਿਚਾਰਾਂ ਨੂੰ ਪੜ੍ਹਨ ਦੇ ਯੋਗ ਹੁੰਦਾ ਹੈ, ਚਾਹੇ ਉਹ ਉਹਨਾਂ ਨੂੰ ਐਕਸਪ੍ਰੈਸ ਨਹੀਂ ਕਰਦਾ। We can open our heart to them and share our joys and sorrows with them। ਅਸੀਂ ਆਪਣੇ ਦਿਲ ਨੂੰ ਖੋਲ੍ਹ ਕੇ ਰੱਖ ਸਕਦੇ ਹਾਂ ਉਹਨਾਂ ਦੇ ਸਾਹਮਣੇ, ਆਪਣੇ ਦੋਸਤਾਂ ਦੇ ਸਾਹਮਣੇ, ਔਰ ਸ਼ੇਅਰ ਕਰ ਸਕਦੇ ਹਾਂ ਆਪਣੀਆਂ ਖੁਸ਼ੀਆਂ ਨੂੰ, ਆਪਣੇ ਦੁੱਖਾਂ ਨੂੰ ਉਹਨਾਂ ਦੇ ਨਾਲ। This is what can refresh our heart like the morning dew। ਔਰ ਇਸ ਤਰ੍ਹਾਂ ਕਰਨ ਦੇ ਨਾਲ ਜੋ ਸਾਡਾ ਦਿਲ ਹੈ ਉਹ ਤਾਜ਼ਗੀ ਮਹਿਸੂਸ ਕਰਦਾ ਹੈ। ਕਿਸ ਦੀ ਤਰ੍ਹਾਂ? ਸਵੇਰ ਦੀ ਜੋ ਤਰੇਲ ਦੀਆਂ ਬੂੰਦਾਂ ਹੁੰਦੀਆਂ ਹਨ ਉਸ ਦੀ ਤਰ੍ਹਾਂ। The poet uses an excellent imagery in the poem। ਜੋ ਪੋਇਟ ਹੈ ਉਹ ਯੂਜ਼ ਕਰਦਾ ਹੈ ਇਸ ਪੋਇਮ ਦੇ ਵਿੱਚ ਬਹੁਤ ਵਧੀਆ ਇਮੇਜਰੀ ਨੂੰ। ਇਮੇਜਰੀ ਮੀਨਸ create a picture with words for a reader। ਜੋ ਪੋਇਟ ਹੈ ਉਹ ਪੋਇਮ ਦੇ ਵਿੱਚ ਐਕਸੀਲੈਂਟ ਇਮੇਜਰੀ ਯੂਜ਼ ਕਰਦਾ। ਇਮੇਜਰੀ ਇਜ਼ ਅ ਲਿਟਰੇਰੀ ਡਿਵਾਈਸ। ਜੋ ਪੋਇਟ ਹੈ ਉਹ ਪੋਇਮ ਦੇ ਵਿੱਚ ਐਕਸੀਲੈਂਟ ਇਮੇਜਰੀ ਯੂਜ਼ ਕਰਦਾ ਹੈ। ਦ ਯੂਜ਼ ਆਫ ਪ੍ਰੋਪਰ ਸਿਮਲੀਜ਼ help us in conveying his thoughts and ideas in a befitting manner। और जो similes का proper use है, simile means the use of similes as a method of comparison। ਜਦੋਂ ਆਪਾਂ ਕੰਪੈਰੀਜ਼ਨ ਦੇ ਲਈ ਜੋ ਮੈਥਡ ਯੂਜ਼ ਕਰਦੇ ਹਾਂ ਉਸ ਨੂੰ ਕੀ ਬੋਲਦੇ ਹਾਂ? ਸਿਮਲੀ। ਦ ਯੂਜ਼ ਆਫ ਪ੍ਰੋਪਰ ਸਿਮਲੀਜ਼, ਜੋ ਪ੍ਰੋਪਰ ਸਿਮਲੀ ਦਾ ਯੂਜ਼ ਹੈ ਉਹ ਹੈਲਪ ਕਰਦਾ ਹੈ ਉਸ ਦੇ ਵਿਚਾਰਾਂ ਨੂੰ ਕਨਵੇ ਕਰਨ ਦਾ, ਔਰ ਉਸ ਦੇ ਵਿਚਾਰਾਂ ਨੂੰ ਕਨਵੇ ਕਰਨ ਦਾ ਇੱਕ ਢੁਕਵੇਂ ਤਰੀਕੇ ਨਾਲ, ਇੱਕ ਬਿਫਿਟਿੰਗ ਮੈਨਰ ਦੇ ਨਾਲ। ਥੈਂਕਸ।